ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਬੀਟੀ ਪਰਮਿੰਦਰ ਸਿੰਘ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿੱਚ ਡਿਊਟੀ 'ਤੇ ਹਾਂ। ਅੱਜ ਮੈਂ ਆਪ ਨੂੰ ਸੰਚਾਰ ਦੀ ਜਾਣ ਪਛਾਣ ਬਾਰੇ, ਸੰਚਾਰ ਦੀ ਮਹੱਤਤਾ ਬਾਰੇ ਅਤੇ ਸੰਚਾਰ ਵਿੱਚ ਰੁਕਾਵਟਾਂ ਆਉਂਦੀਆਂ ਹਨ ਉਸ ਬਾਰੇ ਜਾਣਕਾਰੀ ਦੇਵਾਂਗਾ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ, ਸੁਣੋਗੇ ਅਤੇ ਸਮਝਣ ਦੀ ਕੋਸ਼ਿਸ਼ ਕਰੋਗੇ। ਤੇ ਅਸੀਂ ਸ਼ੁਰੂਆਤ ਕਰਦੇ ਹਾਂ ਸੰਚਾਰ ਦੀ ਜਾਣ ਪਛਾਣ ਬਾਰੇ। ਸੰਚਾਰ ਵਿੱਚ ਜੋ ਮੈਸੇਜ ਦੇ ਰਿਹਾ ਹੈ ਉਸ ਨੂੰ ਸੈਂਡਰ ਬੋਲਿਆ ਜਾਂਦਾ ਹੈ। ਕਮਿਊਨੀਕੇਸ਼ਨ ਵਿੱਚ ਜੋ ਸੈਂਡ ਕਰਦਾ ਹੈ ਮੈਸੇਜ ਉਸ ਨੂੰ ਸੈਂਡਰ, ਅਤੇ ਜੋ ਉਸ ਮੈਸੇਜ ਨੂੰ ਸੁਣਦਾ ਹੈ ਉਸ ਨੂੰ ਰਿਸੀਵਰ ਕਿਹਾ ਜਾਂਦਾ ਹੈ। ਮੈਸੇਜ ਨੂੰ ਰਿਸੀਵ ਕਰਕੇ ਉਹ ਅੱਗੇ ਭੇਜਦਾ ਹੈ। ਇਸੇ ਵਿੱਚੋਂ ਆਪਾਂ ਹੁਣ ਗੱਲ ਕਰਾਂਗੇ ਸੰਚਾਰ ਦੀ ਜਾਣ ਪਛਾਣ ਬਾਰੇ। ਤੁਸੀਂ ਸ਼ਾਇਦ ਹਰ ਸਮੇਂ ਸੰਚਾਰ ਬਾਰੇ ਲੋਕ ਗੱਲਾਂ ਕਰਦੇ ਸੁਣਦੇ ਹੋਵੋਗੇ। ਹਰ ਕਿਸੇ ਨੂੰ ਇਸ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਚਾਹੁੰਦੇ ਹਨ, ਪਰ ਸੰਚਾਰ ਅਸਲ ਵਿੱਚ ਕੀ ਹੈ, ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸ਼ਬਦ ਸੰਚਾਰ ਲਾਤੀਨੀ ਸ਼ਬਦ ਸੰਚਾਰ ਤੋਂ ਆਇਆ ਹੈ, ਜਿਸ ਦਾ ਅਰਥ ਹੈ ਸਾਂਝਾ ਕਰਨਾ। ਸਾਂਝਾ ਕਰਨਾ। ਵੇਖ ਸਕਦੇ ਹੋ ਕਿ ਸੰਚਾਰ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਜਾਂ ਸਮੂਹ ਵਿੱਚ ਇੱਕ ਸਾਂਝੀ ਸਮਝ ਤੱਕ ਪਹੁੰਚਾਉਣ ਲਈ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਸੰਚਾਰ ਬਹੁਤ ਜ਼ਰੂਰੀ ਹੈ, ਜਿਸ ਨੂੰ ਅਸੀਂ ਕਮਿਊਨੀਕੇਸ਼ਨ ਕਹਿ ਸਕਦੇ ਹਾਂ। ਕਮਿਊਨੀਕੇਸ਼ਨ ਵੀ ਸਹੀ ਢੰਗ ਨਾਲ ਕਰਾਂਗੇ ਤਾਂ ਹੀ ਬਿਹਤਰ ਸਾਬਤ ਹੁੰਦਾ ਹੈ। ਦੂਸਰਾ ਆ ਜਾਂਦਾ ਸੰਚਾਰ ਦੀ ਮਹੱਤਤਾ। ਸੰਚਾਰ ਦੀ ਮਹੱਤਤਾ ਸਪਸ਼ਟ ਤੌਰ 'ਤੇ ਸੰਚਾਰ ਕਰਨ ਅਤੇ ਵਿਚਾਰਾਂ, ਭਾਵਨਾਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੀ ਤੁਹਾਡੀ ਯੋਗਤਾ ਤੁਹਾਡੇ ਸਾਰੇ ਸੰਬੰਧਾਂ ਵਿੱਚ ਤੁਹਾਡੀ ਸਹਾਇਤਾ ਕਰੇਗੀ। ਉਦਾਹਰਨ ਲਈ, ਤੁਸੀਂ ਕਿਸੇ ਚੀਜ਼ ਬਾਰੇ ਜਾਣਕਾਰੀ ਦੇ ਸਕਦੇ ਹੋ, ਜਾਂ ਤੁਸੀਂ ਸੰਚਾਰ ਦੁਆਰਾ ਦੂਜਿਆਂ ਨੂੰ ਪ੍ਰਭਾਵਿਤ ਵੀ ਕਰ ਸਕਦੇ ਹੋ। ਸੰਚਾਰ ਮੁਹਾਰਤਾਂ ਦੀ ਜ਼ਰੂਰਤ ਹੈ। ਇਸ ਵਿੱਚ ਪਹਿਲਾਂ ਹੈ ਜਾਣਕਾਰੀ। ਜਾਣਕਾਰੀ ਤੁਹਾਨੂੰ ਕਿਸੇ ਨੂੰ ਤੱਥ ਜਾਂ ਜਾਣਕਾਰੀ ਦੇਣ ਦੀ ਲੋੜ ਹੋ ਸਕਦੀ ਹੈ। ਉਦਾਹਰਨ ਵਜੋਂ, ਕਿਸੇ ਇਮਤਿਹਾਨ ਦੇ ਸਮਾਂ ਸਾਰਣੀ ਨੂੰ ਆਪਣੇ ਦੋਸਤ ਨੂੰ ਦੱਸਣਾ, ਇਹ ਵੀ ਇੱਕ ਸੰਚਾਰ ਹੈ। ਸੰਚਾਰ ਕਮਿਊਨੀਕੇਸ਼ਨ ਕਰਕੇ ਤਾਂ ਹੀ ਤੁਸੀਂ ਉਸ ਨੂੰ ਦੱਸ ਸਕਦੇ ਹੋ, ਇਹ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪ੍ਰਭਾਵ। ਤੁਹਾਨੂੰ ਕਿਸੇ ਨੂੰ ਅਸਿੱਧੇ ਪਰ ਆਮ ਤੌਰ 'ਤੇ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰਨ ਜਾਂ ਕਿਸੇ ਨੂੰ ਬਦਲਣ ਦੀ ਜ਼ਰੂਰਤ ਹੋ ਸਕਦੀ ਹੈ। ਉਦਾਹਰਨ ਵਜੋਂ, ਕੀਮਤ ਘਟਾਉਣ ਲਈ ਦੁਕਾਨਦਾਰ ਨਾਲ ਗੱਲਬਾਤ ਕਰਨਾ, ਜਾਂ ਕਿਸੇ ਦੋਸਤ ਨੂੰ ਇਮਤਿਹਾਨ ਜਾਂ ਕਿਸੇ ਹੋਰ ਕਾਰਨ ਕਰਕੇ ਤਣਾਅ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਾ। ਅਗਲਾ ਭਾਵਨਾਵਾਂ ਜ਼ਾਹਰ ਕਰਨਾ। ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨਾ ਉਹਨਾਂ ਨੂੰ ਜ਼ਾਹਰ ਕਰਨ ਦਾ ਇੱਕ ਢੰਗ ਹੈ। ਉਦਾਹਰਨ ਲਈ, ਆਪਣੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਬਾਰੇ
ਆਪਣੇ ਉਤਸ਼ਾਹ ਨੂੰ ਸਾਂਝਾ ਕਰਨ ਜਾਂ ਆਪਣੇ ਮਾਪਿਆਂ ਅਤੇ ਦੋਸਤਾਂ ਨਾਲ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਸੰਚਾਰ ਜਾਣਕਾਰੀ ਦਾ ਦੋ ਪਾਸਿਆਂ ਦਾ ਵਟਾਂਦਰਾ ਹੁੰਦਾ ਹੈ। ਭਾਵ ਦੇਣਾ ਅਤੇ ਪ੍ਰਾਪਤ ਕਰਨਾ। ਕਿਸੇ ਨੂੰ ਬੋਲਣਾ ਅਤੇ ਲਿਖਣਾ ਜਾਣਕਾਰੀ ਦੇਣਾ ਉਦਾਹਰਨ ਹਨ। ਕਿਸੇ ਨੂੰ ਪੜ੍ਹਨਾ ਅਤੇ ਸੁਣਾਉਣਾ ਜਾਣਕਾਰੀ ਪ੍ਰਾਪਤ ਕਰਨ ਦੀ ਉਦਾਹਰਨ ਹਨ। ਹਾਂਜੀ, ਇਸ ਤੋਂ ਅੱਗੇ ਹੈ ਸੰਚਾਰ ਵਿੱਚ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਕਈ ਵਾਰ ਅਸੀਂ ਉਹਨਾਂ ਰੁਕਾਵਟਾਂ ਦੇ ਕਾਰਨ ਸਪਸ਼ਟ ਤੌਰ 'ਤੇ ਗੱਲਬਾਤ ਕਰਨ ਦੇ ਯੋਗ ਨਹੀਂ ਹੁੰਦੇ ਜੋ ਸਾਨੂੰ ਸੁਨੇਹਾ ਸਾਂਝੇ ਕਰਨ ਅਤੇ ਸਮਝਣ ਤੋਂ ਰੋਕਦੇ ਹਨ। ਇਹਨਾਂ ਵਿੱਚੋਂ ਕੁਝ ਸਾਰਣੀ ਸੰਖੇਪ ਵਿੱਚ ਦਿੱਤੇ ਗਏ ਹਨ। ਅਗਲੀ ਗੱਲ ਜਿਹੜੀ ਆਉਂਦੀ ਹੈ ਉਹ ਹੈ ਕਾਰਕ ਇੱਕ ਰੁਕਾਵਟ ਕਿਵੇਂ ਬਣ ਸਕਦਾ ਹੈ। ਸੰਚਾਰ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਹਨ ਜਾਂ ਜਿਨ੍ਹਾਂ ਅਸੀਂ ਕਮਿਊਨੀਕੇਸ਼ਨ ਸਹੀ ਢੰਗ ਨਾਲ ਨਹੀਂ ਕਰ ਸਕਦੇ, ਇਫੈਕਟਿਵ ਕਮਿਊਨੀਕੇਸ਼ਨ ਜਿਹੜੇ ਆਉਂਦੇ ਨੇ ਉਹ ਕਿਹੜੇ ਹਨ। ਉਸ ਵਿੱਚ ਪਹਿਲਾ ਹੈ ਭਾਸ਼ਾ। ਗਲਤ ਸ਼ਬਦਾਂ, ਅਣਜਾਣ ਭਾਸ਼ਾ ਅਤੇ ਵਿਸਥਾਰ ਦੀ ਘਾਟ ਦੀ ਵਰਤੋਂ ਦੇ ਮਾਮਲੇ ਵਿੱਚ ਭਾਸ਼ਾ ਜੋ ਗੱਲ ਦੱਸਣੀ ਚਾਹੁੰਦੀ ਹੈ ਉਸ ਨੂੰ ਸੰਚਾਰਿਤ ਕਰਨ ਵਿੱਚ ਰੁਕਾਵਟ ਵਜੋਂ ਕੰਮ ਕਰ ਸਕਦੀ ਹੈ। ਉਦਾਹਰਨ ਲਈ, ਭਾਸ਼ਾ ਇੱਕ ਰੁਕਾਵਟ ਵਜੋਂ ਕੰਮ ਕਰ ਸਕਦੀ ਹੈ। ਉਹ ਕਿਵੇਂ? ਜਦੋਂ ਇੱਕ ਭਾਰਤੀ ਜਿਹੜਾ ਸਿਰਫ ਹਿੰਦੀ ਅਤੇ ਚੀਨੀ ਜਾਣਦਾ ਹੈ, ਜਿਸ ਨੂੰ ਸਿਰਫ ਹਿੰਦੀ ਜਾਂ ਪੰਜਾਬੀ ਭਾਸ਼ਾ ਹੀ ਆਉਂਦੀ ਹੈ, ਉਸ ਵਿਅਕਤੀ ਨੂੰ ਮੈਂਡਰਿਨ ਦਾ ਗਿਆਨ ਹੈ। ਉਹ ਸਿਰਫ ਇੱਕ ਵਿਅਕਤੀ ਨਾਲ ਹੀ ਗੱਲਬਾਤ ਕਰਨਾ ਚਾਹੁੰਦਾ ਹੈ, ਪਰ ਉਹ ਉਸ ਨੂੰ ਆਪਣੀ ਭਾਸ਼ਾ ਦੇ ਨਾਲ ਦੂਜੀ ਭਾਸ਼ਾ ਨੂੰ ਸਮਝ ਕੇ ਉਸ ਨੂੰ ਮੈਸੇਜ ਨੂੰ ਰਿਸੀਵ ਨਹੀਂ ਕਰ ਸਕਦਾ। ਉਸ ਨਾਲ ਸੰਚਾਰ ਵਿੱਚ ਰੁਕਾਵਟ ਆਉਂਦੀ ਹੈ। ਖਾਸ ਕਰਕੇ ਜਿੱਦਾਂ ਅਸੀਂ ਮੰਨਦੇ ਹਾਂ ਕਮਿਊਨੀਕੇਸ਼ਨ ਵਿੱਚ ਸਾਡੇ ਜਿੰਨੇ ਵੀ ਸਿਕਿਉਰਿਟੀ ਫੋਰਸਾਂ ਕੰਮ ਕਰਦੀਆਂ ਹਨ, ਉਹ ਆਪਣਾ ਹਰ ਕੰਮ ਕੋਡ ਵਰਡ ਵਿੱਚ ਕੰਮ ਕਰਦੇ ਹਨ। ਉਸ ਕੋਡ ਵਰਡ ਦੇ ਵਿੱਚ ਹੀ ਮੈਸੇਜ ਪਾਸ ਕੀਤਾ ਜਾਂਦਾ ਹੈ ਰੇਡੀਓ ਸੈੱਟ ਰਾਹੀਂ। ਇਸ ਦੇ ਵਿੱਚ ਸੈਂਡਰ ਜੋ ਕੋਡ ਬੋਲਦਾ ਹੈ ਉਸ ਨੂੰ ਇਨਕੋਡ ਕਰਨ ਵਾਸਤੇ ਅੱਗੇ ਜੋ ਰਿਸੀਵਰ ਹੈ ਉਸ ਨੂੰ ਉਸ ਪਾਸਵਰਡ ਬਾਰੇ, ਉਸ ਕੋਡ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹ ਤਾਂ ਹੀ ਇਨਕੋਡ ਕਰ ਪਾਏਗਾ। ਅਗਰ ਉਸ ਦੀ ਮੁਹਾਰਤ ਨਹੀਂ ਹੋਵੇਗੀ ਤਾਂ ਉਸ ਸੰਚਾਰ ਦਾ ਕੋਈ ਵੀ ਢੰਗ ਨਹੀਂ ਹੈ ਜਿਸ ਨਾਲ ਆਪਣੀ ਗੱਲਬਾਤ ਨੂੰ ਗੁਪਤ ਰੱਖ ਕੇ ਵਧੀਆ ਸੰਚਾਰ ਕੀਤਾ ਜਾ ਸਕੇ। ਇਸ ਲਈ ਭਾਸ਼ਾ ਔਰ ਕੋਡ ਵਰਡ ਜਿਹੜਾ ਹੈ ਉਹ ਸੰਚਾਰ ਦੇ ਵਿੱਚ ਵਰਤਿਆ ਜਾਂਦਾ ਹੈ, ਜੋ ਸੈਂਡਰ ਅਤੇ ਰਿਸੀਵਰ ਦੇ ਵਿੱਚ ਉਸ ਭਾਸ਼ਾ ਬਾਰੇ ਜਾਂ ਉਸ ਕੋਡਵਾਰ ਬਾਰੇ ਸਭ ਕੁਛ ਚੰਗੀ ਤਰ੍ਹਾਂ ਜਾਣਦਾ ਹੋਵੇ ਅਤੇ ਉਹ ਮੁਹਾਰਤ ਹਾਸਲ ਕਰਦਾ ਹੋਵੇ। ਅਗਲਾ ਹੈ ਵਿਜ਼ੂਅਲ ਧਾਰਨਾ। ਵਿਜ਼ੂਅਲ ਧਾਰਨਾ ਦਿਮਾਗ ਦੀ ਇਹ ਸਮਝਣ ਦੀ ਕੋਸ਼ਿਸ਼ ਜਾਂ ਯੋਗਤਾ ਹੈ ਕਿ ਅਸੀਂ ਆਪਣੀਆਂ ਅੱਖਾਂ ਰਾਹੀਂ ਜੋ ਵੇਖਦੇ ਹਾਂ, ਉਦਾਹਰਨ ਲਈ ਅੰਸ਼ਕ ਰੂਪ ਨਾਲ ਖਿੱਚੀਆਂ ਗਈਆਂ ਤਸਵੀਰਾਂ ਨੂੰ ਦ੍ਰਿਸ਼ਟੀਕੋਣ ਨਾਲ ਪੂਰਾ ਕਰਨਾ, ਜਦੋਂ ਕਿ ਉਹ ਕੁਝ ਹੋਰ ਹੋ ਸਕਦੀਆਂ ਹਨ। ਅਸੀਂ ਆਪਣੇ ਮਾਨਸਿਕ ਤੌਰ 'ਤੇ ਪਹਿਲਾਂ ਹੀ ਇਰਾਦਾ ਬਣਾ ਕੇ ਕੁਛ ਤਸਵੀਰਾਂ ਆਪਣੇ ਮਾਈਂਡ ਦੇ ਵਿੱਚ ਬਣਾ ਕੇ ਰੱਖੀਆਂ ਹੋਈਆਂ ਹਨ, ਜੋ ਆਉਣ ਵਾਲੇ ਸੰਚਾਰ ਦੇ ਵਿੱਚ ਆਟੋਮੈਟਿਕ ਹੀ ਬੈਠੀਆਂ ਰਹਿੰਦੀਆਂ ਹਨ ਅਤੇ ਉਹਦਾ ਦ੍ਰਿਸ਼ਟੀਕੋਣ ਵਧੀਆ ਤਰੀਕੇ ਜਾਂ ਵਧੀਆ ਰਿਜ਼ਲਟ ਨਹੀਂ ਆ ਸਕਦੇ। ਉਸ ਤੋਂ ਅਗਲਾ ਹੈ ਪਿਛਲੇ ਤਜਰਬੇ।
ਪਿਛਲੇ ਤਜਰਬੇ ਸਾਡੇ ਪਿਛਲੇ ਤਜਰਬੇ ਨੂੰ ਸਮਝਣ ਜਾਂ ਸਪਸ਼ਟ ਤੌਰ 'ਤੇ ਸੰਚਾਰ ਕਰਨ ਤੋਂ ਰੋਕਣਾ। ਉਦਾਹਰਨ ਵਜੋਂ, ਇਸ ਦੁਕਾਨਦਾਰ ਨੇ ਪਿਛਲੀ ਵਾਰ ਮੇਰੇ ਨਾਲ ਧੋਖਾ ਕੀਤਾ। ਆਪਣੇ ਦਿਲ 'ਚ ਇਹ ਧਾਰਨਾ ਹੋਣੀ ਪਹਿਲਾਂ ਹੀ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਢਾਲਣਾ ਹੈ, ਨਾ ਕਿ ਉਹਨਾਂ ਪੁਰਾਣੀਆਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਕੋਈ ਸੋਚ ਇੱਦਾਂ ਦੀ ਲਿਆਉਣੀ। ਜਾਂ ਮੈਨੂੰ ਸਾਵਧਾਨ ਰਹੋ, ਮੈਂ ਆਪਣੇ ਆਪ ਨੂੰ ਸਤਰਕ ਰੱਖਾਂ। ਜਾਂ ਮੈਂ ਆਪਣੀ ਗਣਿਤ ਦੀ ਇੱਕ ਵਿਦਿਆਰਥੀ ਜਿਵੇਂ ਹੈ, ਮੈਂ ਆਪਣੀ ਗਣਿਤ ਦੀ ਪ੍ਰੀਖਿਆ ਵਿੱਚ ਘੱਟ ਅੰਕ ਪ੍ਰਾਪਤ ਕੀਤੇ, ਇਸ ਲਈ ਮੈਂ ਕਲਾਸ ਵਿੱਚ ਪ੍ਰਸ਼ਨ ਪੁੱਛਣ ਅਤੇ ਜਵਾਬ ਦੇਣ ਤੋਂ ਡਰਦਾ ਹਾਂ। ਇਹ ਸਾਡੇ ਆਟੋਮੈਟਿਕ ਦਿਮਾਗ ਵਿੱਚ ਬੈਠ ਜਾਂਦਾ ਹੈ ਕਿ ਮੈਂ ਸਹੀ ਜਵਾਬ ਨਹੀਂ ਦੇ ਸਕਦਾ। ਮੇਰੀ ਧਾਰਨਾ ਇਹ ਬਣ ਜਾਂਦੀ ਹੈ ਕਿ ਮੈਂ ਸਹੀ ਉਸ ਪ੍ਰਸ਼ਨ ਦਾ ਉੱਤਰ ਨਹੀਂ ਦੇਵਾਂਗਾ ਤਾਂ ਮੇਰੀ ਕਲਾਸ ਦੇ ਵਿੱਚ ਬਹੁਤ ਹੀ ਗਲਤ ਇੱਕ ਕਰੈਕਟਰ ਜਾਏਗਾ, ਮੈਂ ਬੋਲ ਸਕਦਾ ਉਹਨੂੰ, ਭਾਵਨਾ ਜਾਏਗੀ ਕਿ ਵੀ ਇਸ ਨੂੰ ਕੁਛ ਨਹੀਂ ਆਉਂਦਾ। ਇਸ ਲਈ ਉਹ ਆਪਣੇ ਆਪ ਨੂੰ ਚੁੱਪਚਾਪ ਕਿਸੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੋਂ ਵੀ ਡਰੇਗਾ, ਜਾਂ ਕਿਸੇ ਵੀ ਪ੍ਰਸ਼ਨ ਦਾ ਸਹੀ ਉੱਤਰ ਦੇਣ, ਭਾਵੇਂ ਉਹ ਜਾਣਦਾ ਵੀ ਹੋਵੇ ਪਰ ਉਹ ਸਹੀ ਉੱਤਰ ਨਹੀਂ ਦੇ ਪਾਉਂਦਾ। ਪੱਖਪਾਤ ਵਿੱਚ ਵੀ ਇਹ ਸਾਰੀਆਂ ਹੀ ਗੱਲਾਂ ਆਉਂਦੀਆਂ ਹਨ, ਜਿਵੇਂ ਸਥਿਰ ਵਿਚਾਰ, ਜਿਵੇਂ ਕਿ ਮੇਰੀ ਕਲਾਸ ਵਿੱਚ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ। ਸੋਚਣਾ ਵਿਦਿਆਰਥੀਆਂ ਨੂੰ ਕਲਾਸ ਵਿੱਚ ਖੁੱਲ੍ਹ ਕੇ ਗੱਲਬਾਤ ਕਰਨ ਤੋਂ ਰੋਕ ਸਕਦਾ ਹੈ। ਅਗਲਾ ਹੈ ਭਾਵਨਾਵਾਂ। ਸਾਡੀਆਂ ਭਾਵਨਾਵਾਂ ਅਤੇ ਭਾਵਨਾਵਾਂ ਜਿਵੇਂ ਕਿ ਦਿਲਚਸਪੀ ਦੀ ਘਾਟ ਜਾਂ ਦੂਜੇ ਵਿਅਕਤੀ 'ਤੇ ਭਰੋਸਾ ਨਾ ਕਰਨਾ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਉਦਾਹਰਨ ਵਜੋਂ, ਮੈਂ ਠੀਕ ਨਹੀਂ ਹਾਂ, ਇਸ ਲਈ ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਜਾਂ ਮੈਂ ਸਹੀ ਤਰੀਕੇ ਨਾਲ ਕਿਸੇ ਵੀ ਪੁੱਛੇ ਗਏ ਸਵਾਲ 'ਤੇ ਜਾਂ ਕਿਸੇ ਵੀ ਸਹੀ ਪੁੱਛੇ ਪ੍ਰਸ਼ਨ 'ਤੇ ਵੀ ਜਵਾਬ ਨਹੀਂ ਦੇ ਸਕਦਾ। ਅਗਲਾ ਹੈ ਵਾਤਾਵਰਨ। ਵਾਤਾਵਰਨ ਜਿਹੜਾ ਹੈ, ਸ਼ੋਰ ਜਾਂ ਆਲੇ ਦੁਆਲੇ ਦੀ ਗੜਬੜੀ ਸੰਚਾਰ ਨੂੰ ਮੁਸ਼ਕਲ ਬਣਾ ਸਕਦੀ ਹੈ। ਸ਼ੋਰ ਜਾਂ ਆਲੇ ਦੁਆਲੇ ਦੀ ਗੜਬੜੀ ਸੰਚਾਰ ਨੂੰ ਮੁਸ਼ਕਲ ਬਣਾ ਸਕਦੀ ਹੈ। ਜਿਵੇਂ ਤੁਹਾਡੀ ਲੋਕੇਸ਼ਨ ਜਿਹੜੀ ਹੈ, ਜਿੱਥੇ ਤੁਸੀਂ ਸੰਚਾਰ ਕਰਦੇ ਹੋ ਜਾਂ ਜਿੱਥੇ ਤੁਸੀਂ ਕਮਿਊਨੀਕੇਸ਼ਨ ਕਰ ਰਹੇ ਹੋ, ਉਸ ਜਗ੍ਹਾ 'ਤੇ ਸ਼ੋਰ ਸ਼ਰਾਬਾ, ਗੱਡੀਆਂ ਦੀਆਂ ਆਵਾਜ਼ਾਂ ਆ ਰਹੀਆਂ ਹੋਣ, ਜਾਂ ਕੋਈ ਐਸੇ ਮੈਰਿਜ ਪੈਲਸ ਦੇ ਵਿੱਚ ਜਿੱਥੇ ਤੁਸੀਂ ਕਿਸੇ ਆਪਣੇ ਸੱਜਣ ਨਾਲ ਗੱਲਬਾਤ ਕਰ ਰਹੇ ਹੋ, ਡੀਜੇ ਆਰਕੈਸਟਰਾ ਦਾ ਸ਼ੋਰ ਸ਼ਰਾਬਾ, ਜਾਂ ਫਿਰ ਕਲਾਸਰੂਮ ਵਿੱਚ ਜਦੋਂ ਤੁਸੀਂ ਆਪਣੇ ਕਲਾਸ ਅਟੈਂਡ ਕਰਦੇ ਹੋ, ਤੁਹਾਡੀ ਕਲਾਸ ਦੇ ਵਿੱਚ ਕੁਛ ਬੱਚੇ ਰੌਲਾ ਪਾ ਰਹੇ ਹਨ ਔਰ ਤੁਹਾਨੂੰ ਆਪਣੇ ਪੜ੍ਹਾਉਂਦੇ ਸਮੇਂ ਉਸ ਸੰਚਾਰ ਦੇ ਵਿੱਚ ਰੁਕਾਵਟ ਆਵੇਗੀ, ਜਾਂ ਨੇੜਲੀ ਕਲਾਸ ਵਿੱਚੋਂ ਰੁਕਾਵਟ ਆਵੇਗੀ। ਜਾਂ ਕਈ ਸਕੂਲਾਂ ਦੇ ਕੋਲ ਸ਼ੋਰ ਸ਼ਰਾਬੇ ਦੀਆਂ ਉਦਾਹਰਨਾਂ, ਧਾਰਮਿਕ ਸਥਾਨ ਜਿਹੜੇ ਹਨ, ਉੱਥੇ ਪੂਜਾ ਪਾਠ ਜਾਂ ਕੋਈ ਅਰਦਾਸ ਬੇਨਤੀ ਕਰਦੇ ਹਨ ਤਾਂ ਕਲਾਸ ਦੇ ਵਿੱਚ ਸੰਚਾਰ ਇੱਕ ਦੂਜੇ ਨੂੰ ਕਰਨ ਦੇ ਵਿੱਚ ਪ੍ਰਭਾਵਿਤ ਹੁੰਦਾ ਹੈ। ਉਸ ਤੋਂ ਅਗਲਾ ਹੈ ਨਿੱਜੀ ਕਾਰਕ। ਨਿੱਜੀ ਕਾਰਕਾਂ ਵਿੱਚ ਤੁਹਾਡੀਆਂ ਆਪਣੀਆਂ ਭਾਵਨਾਵਾਂ, ਆਦਤਾਂ ਅਤੇ ਸੋਚਣ ਦੇ ਤਰੀਕੇ ਸ਼ਾਮਲ ਹੁੰਦੇ ਹਨ ਕਿ ਤੁਸੀਂ ਕਿਸ ਤਰੀਕੇ ਨਾਲ ਸੋਚਦੇ ਹੋ, ਕਿਵੇਂ ਕਰਦੇ ਹੋ। ਉਹ ਅਲੱਗ-ਅਲੱਗ, ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ। ਹੋ ਸਕਦਾ ਹੈ ਕਿ ਕਈ ਬੰਦਿਆਂ ਦੀ ਅਲੱਗ ਸੋਚ ਹੁੰਦੀ ਹੈ, ਉਹ ਦੂਸਰੇ ਬੰਦਿਆਂ ਦੇ ਨਾਲ ਸਹੀ ਤਰੀਕੇ ਨਾਲ ਵਿਚਾਰ ਵਟਾਂਦਰਾ ਜਾਂ ਗੱਲਬਾਤ ਵਾਰਤਾਲਾਪ ਨਹੀਂ ਕਰ ਸਕਦਾ। ਉਦਾਹਰਨ ਦੇ ਲਈ, ਡਰ ਅਤੇ ਘੱਟ ਵਿਸ਼ਵਾਸ ਨਾਲ ਸੰਚਾਰ ਮੁਸ਼ਕਲ ਹੋ ਸਕਦਾ ਹੈ, ਸੰਚਾਰ ਵਿੱਚ ਮੁਸ਼ਕਲ ਹੋ ਸਕਦੀ ਹੈ। ਇਸੇ ਤਰੀਕੇ ਨਾਲ ਅਗਲਾ ਸੱਭਿਆਚਾਰ ਚਿੰਨ੍ਹ, ਜਿਨ੍ਹਾਂ ਦਾ ਵੱਖੋ ਵੱਖਰੇ ਸੱਭਿਆਚਾਰਾਂ ਵਿੱਚ ਵੱਖਰਾ ਵੱਖਰਾ ਅਰਥ ਹੁੰਦਾ ਹੈ।
ਜਿਵੇਂ ਇੱਕ ਅੰਗੂਠਾ ਦਿਖਾਉਣ ਦਾ ਅਰਥ ਹੋ ਸਕਦਾ ਹੈ ਚੰਗੀ ਨੌਕਰੀ, ਕੁਝ ਲੋਕਾਂ ਲਈ ਕੀਤੀ ਜਾ ਸਕਦੀ ਹੈ ਪਰ ਦੂਜਿਆਂ ਦਾ ਅਪਮਾਨ ਹੋ ਸਕਦਾ ਹੈ। ਇਹ ਅਲੱਗ-ਅਲੱਗ ਸਾਡੇ ਸੱਭਿਆਚਾਰ ਦੇ ਹਿਸਾਬ ਨਾਲ ਅਲੱਗ-ਅਲੱਗ ਸਾਡੀਆਂ ਸੋਚਾਂ ਨੇ, ਅਲੱਗ-ਅਲੱਗ ਸਾਡੇ ਵਿਚਾਰ ਨੇ। ਇਹਨਾਂ ਵਿਚਾਰਾਂ ਅਤੇ ਸੱਭਿਆਚਾਰਾਂ ਦੇ ਨਾਲ ਇਹ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਤੋਂ ਅਗਲਾ ਹੈ ਕੂੜ ਪ੍ਰਚਾਰ। ਕੂੜ ਪ੍ਰਚਾਰ ਵਿੱਚ ਅਗਰ ਤੁਸੀਂ ਕਿਸੇ ਬਾਰੇ ਗਲਤ ਪ੍ਰਚਾਰ ਕਰਦੇ ਹੋ, ਜਿਵੇਂ ਕਿ ਫਲਾਨਾ ਬੰਦਾ ਕੰਮ ਠੀਕ ਨਹੀਂ ਕਰ ਰਿਹਾ, ਇਹ ਟੀਚਰ ਠੀਕ ਢੰਗ ਨਾਲ ਪੜ੍ਹਾਉਂਦਾ ਨਹੀਂ ਹੈ, ਜਾਂ ਇਹ ਬੰਦਾ ਨਲਾਇਕ ਹੈ, ਇਹ ਬੰਦਾ ਕਿਸੇ ਦਾ ਕਹਿਣਾ ਨਹੀਂ ਮੰਨਦਾ ਵਗੈਰਾ ਵਗੈਰਾ, ਇਸ ਤਰ੍ਹਾਂ ਦੇ ਵਿਚਾਰ ਅਗਰ ਕੋਈ ਬੰਦਾ ਵਾਰ-ਵਾਰ ਰਿਪੀਟ ਕਰਦਾ ਹੈ ਤਾਂ ਜੋ ਬੰਦੇ ਉਸ ਨੂੰ ਸੁਣਦੇ ਨੇ ਜਾਂ ਕਮਿਊਨੀਕੇਸ਼ਨ 'ਚ ਨੇ ਉਸਦੇ, ਤਾਂ ਉਹ ਬੰਦੇ ਵੀ ਉਸ ਪ੍ਰਤੀ ਆਪਣੇ ਵਿਚਾਰ ਬਦਲ ਲੈਂਦੇ ਹਨ ਅਤੇ ਉਹਨਾਂ ਲੋਕਾਂ ਨੂੰ ਉਹ ਤਰਜੀਹ ਨਹੀਂ ਦਿੰਦੇ ਜਾਂ ਉਹਨਾਂ ਨਾਲ ਕਮਿਊਨੀਕੇਸ਼ਨ ਕਰਨਾ ਬੰਦ ਕਰ ਦਿੰਦੇ ਨੇ। ਇਹ ਵੀ ਇੱਕ ਕਮਿਊਨੀਕੇਸ਼ਨ ਵਿੱਚ ਰੁਕਾਵਟ ਬਣਦਾ ਹੈ, ਕਿਉਂਕਿ ਉਹਨਾਂ ਦੇ ਵਿਚਾਰਾਂ ਵਿੱਚ ਇਹ ਹੁੰਦਾ ਹੈ ਕਿ ਇਹ ਟੀਚਰ ਠੀਕ ਨਹੀਂ ਪੜ੍ਹਾਉਂਦਾ, ਇਹ ਬੰਦਾ ਸਹੀ ਕੰਮ ਨਹੀਂ ਕਰਦਾ। ਅਲੱਗ-ਅਲੱਗ ਕਈ ਮਤਭੇਦ ਪੈਦਾ ਹੋ ਜਾਂਦੇ ਹਨ, ਜਿਸ ਨਾਲ ਕਮਿਊਨੀਕੇਸ਼ਨ ਵਿੱਚ ਬਹੁਤ ਵੱਡੀ ਰੁਕਾਵਟ ਆਉਂਦੀ ਹੈ। ਅਗਲਾ ਹੈ ਅਲੱਗ-ਅਲੱਗ ਵਿਚਾਰ। ਕਾਮਨ ਹੈ ਕਿ ਹਰ ਬੰਦੇ ਦੇ ਵਿਚਾਰ ਅਲੱਗ-ਅਲੱਗ ਹੁੰਦੇ ਨੇ। ਅਗਰ ਤੁਸੀਂ ਉਸ ਬੰਦੇ ਨਾਲ ਕਮਿਊਨੀਕੇਸ਼ਨ ਕਰ ਰਹੇ ਹੋ ਜਾਂ ਸੰਚਾਰ ਕਰ ਰਹੇ ਹੋ ਜਿਸ ਦਾ ਇੰਟਰਸਟ ਹੀ ਨਹੀਂ ਹੈ, ਤਾਂ ਤੁਹਾਡੀ ਗੱਲਬਾਤ ਵਿੱਚ ਜੋ ਤੁਸੀਂ ਉਸ ਨੂੰ ਦੱਸ ਰਹੇ ਹੋ ਤਾਂ ਉਹ ਆਪ ਦੇ ਮੈਸੇਜ ਨੂੰ ਠੀਕ ਢੰਗ ਨਾਲ ਸੁਣਦਾ ਨਹੀਂ, ਤਾਂ ਆਪ ਦਾ ਕਮਿਊਨੀਕੇਸ਼ਨ ਕਿਵੇਂ ਹੋਵੇਗਾ। ਜਿਵੇਂ ਆਪ ਕਿਸੇ ਨੂੰ ਦੱਸ ਰਹੇ ਹੋ ਕਿ ਫੁੱਟਬਾਲ, ਜਿਵੇਂ ਉਦਾਹਰਨ ਹੈ ਇੱਕ, ਇਹ ਉਦਾਹਰਨ ਦੇ ਤੌਰ 'ਤੇ ਮੈਂ ਆਪ ਨੂੰ ਦੱਸ ਰਿਹਾ, ਜਿਵੇਂ ਆਪ ਕਿਸੇ ਨੂੰ ਦੱਸ ਰਹੇ ਹੋ ਕਿ ਫੁੱਟਬਾਲ ਕਿਸ ਤਰ੍ਹਾਂ ਖੇਡਦੇ ਹਨ ਅਤੇ ਇਸ ਦੇ ਰੂਲ ਕੀ ਹਨ, ਪਰ ਜਿਸ ਨੂੰ ਤੁਸੀਂ ਇਹ ਦੱਸ ਰਹੇ ਹੋ ਉਸ ਦਾ ਫੁੱਟਬਾਲ ਖੇਡਣ ਦਾ ਸ਼ੌਂਕ ਹੀ ਨਹੀਂ ਹੈ, ਉਸ ਦਾ ਟਾਰਗੇਟ ਕੋਈ ਹੋਰ ਹੈ, ਤਾਂ ਉਹ ਆਪ ਦੇ ਨਾਲ ਜਾਂ ਤੁਸੀਂ ਕਮਿਊਨੀਕੇਸ਼ਨ ਨਹੀਂ ਕਰ ਪਾਓਗੇ, ਕਿਉਂਕਿ ਉਸ ਵਿੱਚ ਫੁੱਟਬਾਲ ਪ੍ਰਤੀ ਕੋਈ ਵੀ ਦਿਲਚਸਪੀ ਨਹੀਂ ਹੈ। ਉਸ ਤੱਕ ਆਪ ਦੀ ਇਨਫੋਰਮੇਸ਼ਨ ਨਹੀਂ ਪਹੁੰਚੇਗੀ, ਉਹ ਮੈਸੇਜ ਨੂੰ ਨਹੀਂ ਸੁਣੇਗਾ। ਇਹ ਵੀ ਇੱਕ ਕਮਿਊਨੀਕੇਸ਼ਨ ਵਿੱਚ ਰੁਕਾਵਟ ਹੈ। ਇਸ ਨਾਲ ਹੱਲ ਕਰਨ ਲਈ ਆਪਣੇ ਵਿਚਾਰਾਂ ਨੂੰ ਜਾਂ ਉਸ ਦੇ ਇੰਟਰਸਟ ਨੂੰ ਜਾਣਨ 'ਤੇ ਹੀ ਹੱਲ ਹੋ ਸਕਦਾ ਹੈ। ਅਗਲੀ ਹੈ ਆਪ ਨੂੰ ਆਪਣੀ ਡਿਊਟੀ ਪ੍ਰਤੀ ਜਾਂ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਕਰਨ ਲਈ ਯਾਦਦਾਸ਼ਤ ਹੋਣਾ ਬਹੁਤ ਜ਼ਰੂਰੀ ਹੈ। ਰਿਸਪੋਂਸੀਬਿਲਿਟੀ ਸਮਝਣੀ ਹੈ ਕਿ ਮੇਰੀ ਡਿਊਟੀ ਕੀ ਹੈ। ਅਗਰ ਤੁਹਾਨੂੰ ਕੋਈ ਮੈਸੇਜ ਜੋ ਬਹੁਤ ਹੀ ਜ਼ਰੂਰੀ ਹੈ, ਤੁਸੀਂ ਉਸ ਨੂੰ ਪਾਸ ਕਰਨਾ ਹੈ ਔਰ ਅਗਲਾ ਜੋ ਰਿਸੀਵਰ ਹੈ ਉਸ ਨੂੰ ਮੈਸੇਜ ਨੂੰ ਰਿਸੀਵ ਕਰਕੇ ਇਨਕੋਡ ਕਰਕੇ ਅੱਗੇ ਭੇਜਦਾ ਹੈ, ਜਿਸ ਨਾਲ ਸਹੀ ਟਾਈਮ 'ਤੇ ਮੈਸੇਜ ਪੁੱਜਣ ਦੇ ਨਾਲ ਸਹੀ ਕੰਮ ਚੱਲਦਾ ਹੈ। ਲੇਕਿਨ ਇੱਕ ਆਮ ਯਾਦਦਾਸ਼ਤ ਘੱਟ ਹੋਣ ਕਾਰਨ ਉਸ ਨੂੰ ਕਮਾਂਡਰ ਵੱਲੋਂ ਇਹ ਹੁਕਮ ਹੋ ਗਿਆ ਸੈਂਡਰ ਨੂੰ ਵੀ ਇਹ ਮੈਸੇਜ ਆਪ ਨੇ ਇੰਨੇ ਟਾਈਮ ਤੱਕ ਪੁੱਜਦਾ ਕਰਨਾ ਹੈ ਜਾਂ ਤੁਰੰਤ ਕਰਨਾ ਹੈ, ਲੇਕਿਨ ਉਸ ਦੀ ਯਾਦ ਸ਼ਕਤੀ ਨਾ ਠੀਕ ਹੋਣ ਦੇ ਕਾਰਨ ਉਸ ਮੈਸੇਜ ਨੂੰ ਉਹ ਨਹੀਂ ਭੇਜ ਪਾਉਂਦਾ। ਲੇਕਿਨ ਉਹ ਮੈਸੇਜ ਬਹੁਤ ਜ਼ਰੂਰੀ ਸੀ ਔਰ ਉਸ ਮੈਸੇਜ ਨੂੰ ਉਹ ਅਗਲੇ ਦਿਨ ਭੇਜਦਾ ਹੈ। ਉਹ ਵੀ ਕਮਿਊਨੀਕੇਸ਼ਨ ਵਿੱਚ ਬਹੁਤ ਹੀ ਇੱਕ ਪੂਅਰ ਕਹਿ ਸਕਦੇ ਹਾਂ ਜਾਂ ਵੀਕ ਪੁਆਇੰਟ ਹੈ। ਇਹ ਵੀ ਕਮਿਊਨੀਕੇਸ਼ਨ ਔਰ ਸੰਚਾਰ ਦੇ ਵਿੱਚ ਬਹੁਤ ਵੱਡੀ
ਰੁਕਾਵਟ ਬਣਦਾ ਹੈ, ਜਿਸ ਦੇ ਨਾਲ ਜੀ ਆਪਣੇ ਮਕਸਦ ਦੇ ਵਿੱਚ ਉਹ ਕੰਮ ਪੂਰਾ ਨਹੀਂ ਹੋ ਸਕਦਾ, ਉਸ ਕੰਮ ਪੂਰਾ ਨਹੀਂ ਹੁੰਦਾ। ਇਸ ਵਿੱਚ ਸਿਕਿਉਰਿਟੀ ਦੇ ਵਿੱਚ ਮੈਂ ਪਹਿਲਾਂ ਵੀ ਉਹ ਗੱਲ ਕਰ ਚੁੱਕਾ ਹਾਂ ਭਾਸ਼ਾ ਦੇ ਤੌਰ 'ਤੇ, ਕਿ ਭਾਸ਼ਾ ਨਹੀਂ ਠੀਕ ਹੋਣ ਦੇ ਕਾਰਨ ਉਹ ਮੈਸੇਜ ਨਹੀਂ ਠੀਕ ਪਹੁੰਚਦਾ। ਜੈਸੇ ਤੁਸੀਂ ਕਿਸੇ ਮੈਸੇਜ ਨੂੰ ਕਿਸੇ ਤਰੀਕੇ ਨਾਲ ਭੇਜ ਰਹੇ ਹੋ, ਲੇਕਿਨ ਰਿਸੀਵਰ ਹੈ ਉਹ ਉਸ ਮੈਸੇਜ ਦਾ ਕੋਈ ਹੋਰ ਮਤਲਬ ਕੱਢ ਕੇ ਅੱਗੇ ਭੇਜਦਾ ਹੈ, ਇਹ ਵੀ ਕਮਿਊਨੀਕੇਸ਼ਨ ਦੇ ਬਹੁਤ ਕਮਜ਼ੋਰ ਨਤੀਜੇ ਹਨ। ਤੁਸੀਂ ਮੈਸੇਜ ਨੂੰ ਕਿਸੇ ਅਲੱਗ ਤਰੀਕੇ ਨਾਲ ਭੇਜਦੇ ਹੋ ਜਾਂ ਕੋਡਵਰਡ ਵਿੱਚ ਗੱਲ ਕਰਦੇ ਹੋ, ਪਰ ਅਗਲਾ ਰਿਸੀਵਰ ਉਸ ਨੂੰ ਇਨਕੋਡ ਨਹੀਂ ਕਰ ਸਕਦਾ, ਤਾਂ ਇਹ ਵੀ ਬੈਡ ਕਮਿਊਨੀਕੇਸ਼ਨ ਹੈ। ਇਸ ਵਿੱਚ ਅਗਲਾ ਹੈ ਤੁਹਾਡਾ ਕਮਿਊਨੀਕੇਸ਼ਨ ਕਰਨ ਦਾ ਸਹੀ ਲਹਿਜਾ ਕੀ ਹੈ। ਜਿਵੇਂ ਇਸ ਵਿੱਚ ਬਹੁਤ ਜ਼ਰੂਰਤ ਹੈ ਕਿ ਤੁਸੀਂ ਕਿਸ ਲਹਿਜੇ ਨਾਲ ਇਸ ਮੈਸੇਜ ਨੂੰ ਫਾਰਵਰਡ ਕਰ ਰਹੇ ਹੋ, ਤੁਸੀਂ ਇਸ ਮੈਸੇਜ ਨੂੰ ਕਿਵੇਂ ਫਾਰਵਰਡ ਕਰਨਾ ਹੈ, ਇਸ ਬਹੁਤ ਮਾਇਨਾ ਰਖਾਉਂਦੀਆਂ ਨੇ ਇਹ ਗੱਲਾਂ। ਕੁਛ ਨੇ ਜਿਵੇਂ ਤੁਸੀਂ ਉੱਚੀ ਆਵਾਜ਼ ਵਿੱਚ ਗੱਲ ਕਰ ਰਹੇ ਹੋ ਜਾਂ ਤੁਸੀਂ ਬਹੁਤ ਚਲਾ ਕੇ ਉਸ ਮੈਸੇਜ ਨੂੰ ਬੋਲ ਰਹੇ ਹੋ, ਇਸ 'ਤੇ ਬਹੁਤ ਬੁਰੇ ਪ੍ਰਭਾਵ ਹੁੰਦੇ ਨੇ। ਇਸ ਨਾਲ ਉਹ ਵਿਅਕਤੀ ਤੁਹਾਡੀ ਗੱਲਬਾਤ ਨਹੀਂ ਸੁਣੇਗਾ ਅਤੇ ਇਸ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦੇਵੇਗਾ। ਇਸ ਨਾਲ ਵੀ ਕਮਿਊਨੀਕੇਸ਼ਨ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਇਹ ਜੋ ਕਮਿਊਨੀਕੇਸ਼ਨ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਇੱਦਾਂ ਦੀਆਂ ਮੁਸ਼ਕਲਾਂ ਨਹੀਂ ਆਉਂਦੀਆਂ। ਕੁਛ ਕਮਿਊਨੀਕੇਸ਼ਨ ਜਿਵੇਂ ਸਿਕਿਉਰਿਟੀ ਦੇ ਵਿੱਚ ਕਮਿਊਨੀਕੇਸ਼ਨ ਦੀਆਂ ਕੁਛ ਮੌਸਮ ਦੇ ਹਿਸਾਬ ਦੇ ਨਾਲ ਵੀ, ਜਿਵੇਂ ਆਪਾਂ ਰੇਡੀਓ ਸੈੱਟ 'ਤੇ ਗੱਲ ਕਰਦੇ ਹਾਂ, ਅਗਰ ਉਸ ਜਗ੍ਹਾ 'ਤੇ ਬਾਰਿਸ਼ ਮੀਂਹ ਝੱਖੜ ਆ ਜਾਂਦਾ ਜਾਂ ਬਰਫ਼ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਕਮਿਊਨੀਕੇਸ਼ਨ ਵਿੱਚ ਰੁਕਾਵਟ ਆਉਂਦੀ ਹੈ, ਜਾਂ ਰੇਡੀਓ ਸੈੱਟ 'ਤੇ ਵੱਧ ਦੂਰੀ ਹੋਣ ਕਰਕੇ ਰੇਂਜ ਦੀ ਪ੍ਰੋਬਲਮ ਆਉਂਦੀ ਹੈ। ਇਹ ਸਾਰੀਆਂ ਰੁਕਾਵਟਾਂ ਹਨ ਜੋ ਅਲੱਗ ਅਲੱਗ ਹਨ ਔਰ ਇਹਨਾਂ ਨੂੰ ਹੱਲ ਕਰਨਾ ਆਸਾਨ ਵੀ ਹੈ ਔਰ ਸਹੀ ਤਰੀਕੇ ਨਾਲ ਹੱਲ ਕਰ ਵੀ ਸਕਦੇ ਹਨ। ਦੂਸਰਾ ਇਸ ਤੋਂ ਬਾਅਦ ਆ ਜਾਂਦਾ ਹੈ ਪ੍ਰਭਾਵਸ਼ਾਲੀ ਸੰਚਾਰ। ਪ੍ਰਭਾਵਸ਼ਾਲੀ ਸੰਚਾਰ ਹੋ ਸਕਦਾ ਹੈ ਜੇ ਅਸੀਂ ਪੇਸ਼ੇਵਰ ਸੰਚਾਰ ਮੁਹਾਰਤਾਂ ਦੇ ਮੁੱਢਲੇ ਸਿਧਾਂਤ ਦੀ ਪਾਲਣਾ ਕਰਦੇ ਹਾਂ। ਇਹਨਾਂ ਨੂੰ ਸੰਖੇਪ ਰੂਪ ਵਿੱਚ 7C ਭਾਵ ਸਪਸ਼ਟ, ਸੰਧੀ, ਕੰਕਰੀਟ, ਸਹੀ, ਸੰਯੋਗ, ਸੰਪੂਰਨ ਅਤੇ ਸ਼ਿਸ਼ਟਾਚਾਰ ਵਜੋਂ ਦਰਸਾਇਆ ਜਾ ਸਕਦਾ ਹੈ। ਸੰਚਾਰ ਦੇ ਵੱਖੋ ਵੱਖਰੇ ਰੰਗ ਹਨ, ਜਿਨ੍ਹਾਂ ਵਿੱਚ ਗੈਰ ਜ਼ੁਬਾਨੀ, ਜ਼ੁਬਾਨੀ ਅਤੇ ਵਿਜ਼ੂਅਲ ਸ਼ਾਮਲ ਹਨ। ਅਗਲਾ ਸੰਚਾਰ ਵਿੱਚ ਦ੍ਰਿਸ਼ਟੀਕੋਣ। ਦ੍ਰਿਸ਼ਟੀਕੋਣ ਵਿਚਾਰ ਜਾਂ ਸੋਚਣ ਦੇ ਨਿਰਧਾਰਤ ਢੰਗ ਹਨ। ਇਹ ਕਈ ਵਾਰ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਨ ਦੇ ਲਈ, ਜੇ ਤੁਹਾਡੇ ਕੋਲ ਪੱਕਾ ਵਿਚਾਰ ਹੈ ਕਿ ਤੁਹਾਡਾ ਖਾਸ ਮਿੱਤਰ ਜਾਂ ਤੁਹਾਡੇ ਪਿਤਾ ਜੀ ਸਖਤ ਹਨ, ਭਾਵੇਂ ਉਹ ਦੋਸਤਾਨਾ ਰਹੇ ਹੋਣ, ਤਾਂ ਵੀ ਤੁਸੀਂ ਸੋਚ ਸਕਦੇ ਹੋ ਕਿ ਉਹ ਤੁਹਾਨੂੰ ਨਿੰਦਾ ਕਰ ਰਹੇ ਹਨ, ਭਾਵੇਂ ਕਿ ਉਹ ਨਿਮਰ ਹੋਣ। ਇਸ ਤਰ੍ਹਾਂ ਦੂਜਿਆਂ ਦੇ ਤੁਹਾਡੇ ਬਾਰੇ ਵੀ ਪੱਕੇ ਵਿਚਾਰ ਹੋ ਸਕਦੇ ਹਨ, ਜੋ ਤੁਸੀਂ ਉਹਨਾਂ ਨੂੰ ਜੋ ਕਹਿੰਦੇ ਹੋ ਜਾਂ ਉਸ 'ਤੇ ਅਸਰ ਪਾਉਂਦੇ ਹੋ। ਇਸ ਪ੍ਰਕਾਰ ਸੰਚਾਰ ਦਾ ਇਹ ਲੈਸਨ ਇੱਥੋਂ ਖ਼ਤਮ ਹੈ। ਸੰਚਾਰ ਦੇ ਤੱਤਾਂ ਦੇ ਬਾਰੇ ਮੈਂ ਆਪ ਨੂੰ ਹੁਣ ਤੱਕ ਤਕਰੀਬਨ ਸੰਚਾਰ ਦੀ ਜਾਣ ਪਛਾਣ ਬਾਰੇ ਦੱਸਿਆ। ਉਸ ਤੋਂ ਬਾਅਦ ਸੰਚਾਰ ਵਿੱਚ ਦ੍ਰਿਸ਼ਟੀਕੋਣ, ਸੰਚਾਰ ਦੀ ਮਹੱਤਤਾ ਔਰ ਸੰਚਾਰ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਾਰਕ ਹਨ ਉਹਨਾਂ ਬਾਰੇ ਦੱਸਿਆ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ
ਸਮਝ ਕੇ ਇਸ 'ਤੇ ਵਧੀਆ ਵਿਚਾਰ ਕਰੋਗੇ ਅਤੇ ਸੰਚਾਰ ਬਾਰੇ ਸਿੱਖਿਆ ਹੋਵੇਗਾ। ਇਸ ਤੋਂ ਅਗਲੇ ਲੈਸਨ ਵਿੱਚ ਅਸੀਂ ਜ਼ੁਬਾਨੀ ਸੰਚਾਰ ਬਾਰੇ ਗੱਲਬਾਤ ਕਰਾਂਗੇ। ਜ਼ੁਬਾਨੀ ਸੰਚਾਰ ਅਤੇ ਵਿਜ਼ੂਅਲ ਸੰਚਾਰ ਬਾਰੇ ਗੱਲਬਾਤ ਕਰਾਂਗੇ। ਗੈਰ ਜ਼ੁਬਾਨੀ ਸੰਚਾਰ ਬਾਰੇ ਗੱਲ ਕਰਾਂਗੇ। ਧੰਨਵਾਦ।